Welcome back to all my viewers on my YouTube channel. Just wait for a bright future. Today I am discuss about to the lesson number first of the class 8th PSCV and NCERT book. The name of the chapter is Value of Money for class 8th. In this session I am discuss about to the all important question answers activities are solved in this video. So you must be watch the video till end. Now without wasting your time we are starting from this session. The lesson will be starting from the value of money, पैसे का की मोल. The I was 14 when I learned the value of money. I want to get myself a new computer. Although there was nothing wrong with the computer I was already using. ਕਹਿੰਦੇ ਮੈਂ ਉਦੋਂ 14 ਕੁ ਸਾਲ ਦੀ ਸੀ ਜਦੋਂ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਵੀ ਪੈਸੇ ਦਾ ਕੀ ਮੁੱਲ ਹੁੰਦਾ ਵਾ. ਕਹਿੰਦੇ ਮੈਂ ਆਪਣੇ ਸੈਲਫ ਦੇ ਲਈ ਇੱਕ ਨਵਾਂ ਜਿਹੜਾ ਕੰਪਿਊਟਰ ਸੀਗਾ ਉਹ ਲੈਣਾ ਚਾਹੁੰਦੇ ਸੀ, ਬਟ ਜਿਹੜਾ ਮੇਰਾ ਪੁਰਾਣਾ ਕੰਪਿਊਟਰ ਸੀ ਉਹ ਵੀ ਵਧੀਆ ਚੱਲਦਾ ਸੀ, ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸੀਗੀ. It was to the summer break and I had been watching a lot of TV. There was this one advertisement that would be a pop-up on the screen all the time. ਕਹਿੰਦੇ ਉਸ ਸਮੇਂ ਕੀ ਸੀ, ਗਰਮੀਆਂ ਦੀ ਸਾਨੂੰ ਛੁੱਟੀਆਂ ਹੋਈਆਂ ਸੀ, ਮੈਂ ਬਹੁਤ ਜ਼ਿਆਦਾ ਟੀਵੀ ਦੇਖਦੀ ਹੁੰਦੀ ਸੀ. ਕਹਿੰਦੇ ਫਿਰ ਮੇਰੇ ਸਾਹਮਣੇ ਇੱਕ ਜਿਹੜੀ ਐਡਵਰਟਾਈਜ਼ਮੈਂਟ ਸੀ ਉਹ ਬਾਰ-ਬਾਰ ਮੇਰੀ ਸਕਰੀਨ ਦੇ ਉੱਤੇ ਆ ਰਹੀ ਸੀ. It was for the latest Well computer. It had the fastest processor and unbelievable high storage amongst many others new features. ਕਹਿੰਦੇ ਵੀ ਉੱਥੇ ਇੱਕ ਐਡਵਰਟਾਈਜ਼ਮੈਂਟ ਜਿਹੜੀ ਸੀ ਉਹ ਲੇਟੈਸਟ ਇੱਕ ਕੰਪਨੀ ਸੀ, ਵੈਲ ਕੰਪਨੀ, ਉਹਨਾਂ ਦੁਆਰਾ ਦਿੱਤੀ ਗਈ ਸੀ. ਉਹ ਦੱਸਦੇ ਸੀ ਵੀ ਉਹਨਾਂ ਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਹੁਣ ਕੰਪਿਊਟਰ ਜਾਂ ਲੈਪਟਾਪ ਲਾਂਚ ਕੀਤਾ, ਉਹਦੇ ਵਿੱਚ ਬੈਸਟ ਪ੍ਰੋਸੈਸਰ ਆ ਜਿਹੜਾ ਬਹੁਤ ਜ਼ਿਆਦਾ ਤੇਜ਼ ਚੱਲਦਾ ਵਾ, ਅਤੇ ਉਹਦੇ ਵਿੱਚ ਬਹੁਤ ਜ਼ਿਆਦਾ ਸਟੋਰੇਜ ਕਰਨ ਦੀ ਕਪੈਸਿਟੀ ਹੈਗੀ ਆ, ਅਤੇ ਹੋਰ ਵੀ ਕਈ ਨਿਊ ਫੀਚਰ ਹੈਗੇ ਆ. Every time I saw it, it was to the distinguished. I would go to the online and watch the pupils reviewing the computer just to find out the more about its feature. ਕਹਿੰਦੇ ਮੈਂ ਜਦੋਂ ਇਹ ਚੀਜ਼ ਦੇਖੀ ਤਾਂ ਮੈਂ ਬਹੁਤ ਜ਼ਿਆਦਾ ਹੈਰਾਨ ਹੋਈ, ਅਤੇ ਮੈਂ ਉਹਨੂੰ ਔਨਲਾਈਨ ਜਾ ਕੇ ਚੈੱਕ ਕੀਤਾ ਵੀ ਲੋਕਾਂ ਨੇ ਕੀ ਰਿਵਿਊ ਦਿੱਤੇ ਆ, ਜਿਹੜੇ ਕੰਪਿਊਟਰ ਹੁਣੀ ਉਹਨਾਂ ਨੇ ਲਾਂਚ ਕੀਤੇ ਆ, ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਫੀਚਰ ਜਾਂ ਨਵੀਆਂ ਕੁਆਲਿਟੀਜ਼ ਹੈਗੀਆਂ ਨੇ. I would read the articles about to the its future in the tech magazine. I applied to the ultimate computer while the limitation of my own computer made me unhappy. ਕਹਿੰਦੇ ਮੈਂ ਫਿਰ ਜਦੋਂ ਇਹ ਚੀਜ਼ਾਂ ਸਾਰੀਆਂ ਦੇਖਿਆ, ਮੈਂ ਮੈਗਜ਼ੀਨ ਦੇ ਵਿੱਚ ਵੀ ਉਹਦੇ ਫੀਚਰ ਪੜ੍ਹੇ. ਕਹਿੰਦੇ ਇਹ ਕੰਪਿਊਟਰ ਦੀ ਜਿਹੜੇ ਮੇਰੇ ਵਾਲੇ ਕੰਪਿਊਟਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਜਿਹੜੀਆਂ ਖਾਮੀਆਂ ਸੀ ਉਹ ਨਜ਼ਰ ਆਉਣੀਆਂ ਸ਼ੁਰੂ ਹੋਈਆਂ, ਜਿਹਦੇ ਨਾਲ ਮੈਂ ਜ਼ਿਆਦਾ ਖੁਸ਼ ਨਹੀਂ ਸੀ. ਬਟ ਮਾਈ ਪੇਰੈਂਟਸ ਰਿਫਿਊਜ਼ ਟੂ ਬਾਈ ਮੀ ਦੀ ਕੰਪਿਊਟਰ ਵੈਨ ਆਈ ਆਸਕਡ ਦੈਮ ਅਬਾਊਟ ਇਟ. ਕਹਿੰਦੇ ਮੇਰੇ ਪਰ ਪੇਰੈਂਟਸ ਨੇ ਸਿੱਧਾ ਹੀ ਨਾ ਕਰਤਾ ਸੀ ਵੀ ਅਸੀਂ ਤੈਨੂੰ ਨਵਾਂ ਨਹੀਂ ਲੈ ਕੇ ਦੇਣਾ, ਜਦੋਂ ਮੈਂ ਉਹਨਾਂ ਨੂੰ ਨਵੇਂ ਕੰਪਿਊਟਰ ਬਾਰੇ ਦੱਸਿਆ. ਉਸ ਤੋਂ ਬਾਅਦ looking back now, I probably did not even need all those features. I could do everything I want to do on my own computer without running without any issue, but the customistic in my seems to think otherwise. ਕਹਿੰਦੇ ਜੇਕਰ ਮੈਂ ਉਹਨੂੰ ਪਿੱਛੇ ਮੁੜ ਕੇ ਦੇਖਾਂ ਵੀ ਮੈਨੂੰ ਇਹਦੇ ਵਿੱਚ ਕੋਈ ਐਕਸਟਰਾ ਫੀਚਰ ਦੀ ਜਿਹੜੀ ਮੈਨੂੰ ਇੰਨੀ ਜ਼ਿਆਦਾ ਲੋੜ ਵੀ ਨਹੀਂ ਸੀਗੀ. ਮੈਂ ਸਭ ਕੁਝ ਜਿਹੜਾ ਚਾਹੁੰਦਾ ਸੀ ਮੈਂ ਆਪਣੇ ਕੰਪਿਊਟਰ ਦੇ ਉੱਤੇ ਕਰ ਸਕਦੀ ਸੀ. ਮੇਰੇ ਉਹਦੇ ਕੰਪਿਊਟਰ ਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ, ਪਰ ਫਿਰ ਵੀ ਐਜ਼ ਏ ਕੰਜ਼ਿਊਮਰ ਜਿਹੜਾ ਸੀ ਮੈਨੂੰ ਉਹਦੇ ਬਾਰੇ ਫਿਰ ਵੀ ਸੋਚਦੀ ਰਹੀ. ਆਫਟਰ ਅ ਵਾਈਲ my parents noticed how too obsessed I was with this new computer, so they decided to give me the chance to earn it. They told me if I started doing house chores, they would give me money for it, and I could save up until I had enough to buy the computer on my own. ਕਹਿੰਦੇ ਵੀ ਮੇਰੇ ਪੇਰੈਂਟਸ ਨੇ ਜਦੋਂ ਦੇਖਿਆ ਵੀ ਮੈਂ ਉਸ ਦੇ ਲਈ ਬਹੁਤ ਜ਼ਿਆਦਾ ਆਕਰਸ਼ਿਤ ਹਾਂ ਜਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਉਹ ਕੰਪਿਊਟਰ ਲੈਣਾ, ਤਾਂ ਮੇਰੇ ਪੇਰੈਂਟਸ ਨੇ ਡਿਸਾਈਡ ਕੀਤਾ ਵੀ ਮੈਨੂੰ ਇੱਕ ਚਾਂਸ ਦਿੱਤਾ ਜਾਵੇ ਵੀ ਉਹ ਕਿਸ ਤਰੀਕੇ ਨਾਲ ਪੈਸਾ ਅਰਨ ਕਰੇ. ਉਹਨਾਂ ਨੇ ਮੈਨੂੰ ਕਿਹਾ ਵੀ ਜੇਕਰ ਤੁਸੀਂ ਮੇਰੇ ਹਾਊਸ ਚੋਲ ਦਾ ਮਤਲਬ ਵੀ ਜਿਹੜਾ ਘਰ ਦੇ ਕੰਮਕਾਰ ਨੇ, ਜੇਕਰ ਤੁਸੀਂ ਉਹਦੇ ਵਿੱਚ ਹੈਲਪ ਕਰੋਗੇ ਤਾਂ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਅਤੇ ਤੁਸੀਂ ਓਨੇ ਜ਼ਿਆਦਾ ਪੈਸੇ ਸੇਵ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ ਕੰਪਿਊਟਰ ਆਪਣੇ ਆਪ ਵੀ ਤੁਸੀਂ ਖਰੀਦ ਸਕਦੇ ਹੋ. It seems like a good idea. I jumped at to the opportunity. Every next day I started walking up and early to the make extra time to be able to do more chores. ਕਹਿੰਦੇ ਵੀ ਫਿਰ ਮੈਂ ਉੱਥੇ ਬਹੁਤ ਆਪਣੀ ਖੁਸ਼ੀ ਦੇ ਨਾਲ ਇਜ਼ਹਾਰ ਕਰਨ ਦੇ ਲਈ ਉੱਥੇ ਉੱਠਿਆ. ਇਹ ਬਹੁਤ ਵਧੀਆ ਆਈਡੀਆ ਸੀਗਾ, ਇੱਕ ਬਹੁਤ ਵਧੀਆ ਮੌਕਾ ਸੀ ਜਾਂ ਬਹੁਤ ਵਧੀਆ ਵਿਚਾਰ ਸੀ. ਨੈਕਸਟ ਮਾਰਨਿੰਗ ਜਿਹੜਾ ਸੀ ਮੈਂ ਜਲਦੀ ਉੱਠੀ ਤਾਂ ਜੋ ਕਿ ਮੈਨੂੰ ਥੋੜ੍ਹਾ ਐਕਸਟਰਾ ਟਾਈਮ ਮਿਲ ਸਕੇ ਅਤੇ ਮੈਂ ਹੋਰ ਵੀ ਜ਼ਿਆਦਾ ਕੰਮ ਕਰ ਸਕਾਂ. I would do the dishes 3 times a day, take a garbage out, move to the lawn
on to the weekends, clean the whole house and wash the car whenever needed. I was to the working tirelessly every day till my whole bodies are souls just to walk up of the next day and do it again। ਕਹਿੰਦੇ ਹੁਣ ਜਿਹੜਾ ਮੈਂ ਸੀ ਦਿਨ ਦੇ ਵਿੱਚ ਮੈਂ 3 ਵਾਰ ਜਿਹੜਾ ਸੀ ਖਾਣਾ ਬਣਾਉਂਦੀ ਸੀ, ਕੂੜਾ ਚੱਕ ਕੇ ਬਾਹਰ ਸੁੱਟ ਕੇ ਆਉਂਦੀ ਸੀ, ਲਾਨ ਨੂੰ ਸਾਫ਼ ਕਰਦੀ ਸੀ, ਆਪਣਾ ਪੂਰਾ ਘਰ ਜਿਹੜਾ ਸੀ ਵੀਕਐਂਡ ਦੇ ਉੱਤੇ ਕਲੀਨ ਕਰਨਾ, ਅਤੇ ਆਪਣੀ ਜਿਹੜੀ ਕਾਰ ਸੀਗੀ ਜਦੋਂ ਜ਼ਰੂਰਤ ਹੁੰਦੀ ਸੀ ਉਹਨੂੰ ਸਾਫ਼ ਕਰਨਾ। ਮੈਂ ਹੱਡ ਤੋੜ ਵਾਲੀ ਜਿਹੜੀ ਮਿਹਨਤ ਹਰ ਰੋਜ਼ ਕਰਦੀ ਸੀ, ਅਤੇ ਜਦੋਂ ਮੇਰੀ ਪੂਰੀ ਬੋਡੀ ਜਦੋਂ ਤੱਕ ਥੱਕ ਨਹੀਂ ਜਾਂਦੀ ਸੀ ਉਦੋਂ ਤੱਕ ਮੈਂ ਕੰਮ ਨਹੀਂ ਕਰਨਾ ਛੱਡਦੀ ਸੀ। ਫਿਰ ਅਗਲੇ ਦਿਨ ਫਿਰ ਮੈਂ ਨੈਕਸਟ ਡੇ ਉੱਠਦੀ ਸੀ ਅਤੇ ਅਗੇਨ ਉਹੀ ਕੰਮ ਕਰਨ ਲੱਗ ਜਾਂਦੀ ਸੀ। ਇਵੈਂਚੁਅਲੀ ਆਈ ਗੋਟ ਯੂਜ਼ਡ ਟੂ ਇਟ ਐਂਡ ਇਟ ਬਿਕਮਸ ਈਜ਼ੀਅਰ। ਆਈ ਆਲਸੋ ਗੋਟ ਮੋਰ ਐਫੀਸ਼ੀਐਂਟ ਐਟ ਇਟ ਐਂਡ ਸੂਨ ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ। ਕਹਿੰਦੇ ਹੁਣ ਜਿਹੜਾ ਸੀ ਮੈਂ ਇਹਦੇ ਨਾਲ ਗੋਜ਼ ਟੂ ਹੋ ਚੁੱਕੀ ਸੀ ਜਾਂ ਯੂਜ਼ ਟੂ ਹੋ ਚੁੱਕੀ ਸੀਗੀ, ਮੈਂ ਹੁਣ ਈਜ਼ੀਲੀ ਉਹ ਕੰਮ ਕਰ ਸਕਦੀ ਸੀ। ਮੈਂ ਬਹੁਤ ਜ਼ਿਆਦਾ ਐਫੀਸ਼ੀਐਂਟ ਵੀ ਹੋ ਚੁੱਕੀ ਸੀ, ਅਤੇ ਮੈਂ ਆਪਣਾ ਜਿਹੜਾ ਵਰਕ ਸੀ ਉਹ ਬਹੁਤ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਐਜ਼ ਆਈ got quicker, I started having more free time and did not really know what to do with it। ਕਹਿੰਦੇ ਫਿਰ ਹੁਣ ਮੈਂ ਜਿਹੜਾ ਆਪਣਾ ਕੰਮ ਜਲਦੀ ਨਾਲ ਕਰਨਾ ਸ਼ੁਰੂ ਕਰਤਾ ਸੀ ਤਾਂ ਮੇਰੇ ਕੋਲ ਬਹੁਤ ਸਾਰਾ ਸਮਾਂ ਜਿਹੜਾ ਸੀ ਉਹ ਫ੍ਰੀ ਬਚ ਜਾਂਦਾ ਸੀ। ਫਿਰ ਮੈਂ ਸੋਚਦੀ ਹੁੰਦੀ ਸੀ ਮੈਂ ਉਹ ਫ੍ਰੀ ਟਾਈਮ ਦਾ ਕੀ ਕਰਾਂ। ਪਲੀਜ਼ ਡੈਡ, ਦੇਅਰ ਨਥਿੰਗ ਟੂ ਐਲਸ you need with I am willing to do anything just to laying on it on। ਕਹਿੰਦੇ ਫਿਰ ਮੈਂ ਆਪਣੇ ਪਿਤਾ ਨੂੰ ਕਿਹਾ ਵੀ ਕੀ ਪਿਤਾ ਜੀ, ਮੈਂ ਤੁਹਾਡੀ ਕਿਸੇ ਹੋਰ ਕੰਮ ਦੇ ਵਿੱਚ ਵੀ ਹੈਲਪ ਕਰ ਸਕਦੀ ਹਾਂ, ਮੈਂ ਜਿਹੜਾ ਤੁਸੀਂ ਮੈਨੂੰ ਕੰਮ ਕਹੋਗੇ ਫਿਲਿੰਗ ਹੋ ਮੈਂ ਉਹ ਸਭ ਕੁਝ ਕਰ ਸਕਦੀ ਹਾਂ ਤੁਹਾਡੇ ਲਈ। give me a more chores, I remembered pleasing this with dad। ਕਹਿੰਦੇ ਫਿਰ ਮੈਂ ਕੀ ਆ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਹੋਰ ਵੀ ਕੰਮ ਦਿਓ। ਮੈਂ ਆਪਣੇ ਪਿਤਾ ਨੂੰ ਕਿਹਾ I was obsessed, any free time I had I want to fill it with more work and more money। Since the summer breaks was almost over and I knew I would have less time once I started going to the school again, so I wanted to work as much as possible during the break। ਕਹਿੰਦੇ ਮੈਂ ਇਸ ਚੀਜ਼ ਲਈ ਬਹੁਤ ਜ਼ਿਆਦਾ ਓਬਸੈਸਡ ਸੀਗੀ ਵੀ ਜਦੋਂ ਮੇਰੇ ਕੋਲ ਫ੍ਰੀ ਟਾਈਮ ਬਚਦਾ ਸੀ ਤਾਂ ਮੈਂ ਚਾਹੁੰਦੀ ਸੀ ਮੈਂ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾ ਸਕਾਂ, ਕਿਉਂਕਿ ਜਿਹੜੀਆਂ ਮੇਰੀਆਂ ਸਮਰ ਬ੍ਰੇਕ ਸੀਗੀਆਂ ਉਹ ਹੁਣ ਖ਼ਤਮ ਹੋਣ ਵਾਲੀਆਂ ਸੀਗੀਆਂ ਅਤੇ ਮੈਂ ਜਾਣਦੀ ਸੀ ਕਿ ਮੇਰੇ ਕੋਲ ਸਿਰਫ ਬਹੁਤ ਥੋੜ੍ਹਾ ਟਾਈਮ ਆ ਅਤੇ ਮੈਂ ਉਨੇ ਥੋੜ੍ਹੇ ਟਾਈਮ ਦੇ ਵਿੱਚ ਹੀ ਪੈਸੇ ਅਰਨ ਕਰਨੇ ਆ। ਜੇਕਰ ਮੈਂ ਇੱਕ ਵਾਰ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਬਚਣਾ ਵੀ ਜਿਹਦੇ ਵਿੱਚ ਮੈਂ ਵਧੀਆ ਕੰਮ ਕਰ ਸਕਾਂ, ਅਤੇ ਇਸ ਕਰਕੇ ਮੈਂ ਚਾਹੁੰਦੀ ਸੀ ਵੀ ਮੈਂ ਆਪਣੇ ਬ੍ਰੇਕ ਤੋਂ ਪਹਿਲਾਂ ਪਹਿਲਾਂ ਜਿੰਨਾ ਹੋ ਸਕੇ ਕੰਮ ਕਰਕੇ ਪੈਸੇ ਅਰਨ ਕਰ ਸਕਾਂ। ਆਹ ਵਾ ਵੈਲ ਕੰਪਨੀ ਜਿਹਦੀ ਪਿਕਚਰ ਦਿਖਾਈ ਗਈ ਆ। ਉਸ ਤੋਂ ਬਾਅਦ ਹੈ it took me a few months but I eventually save up enough to buy myself the well computer। It was to the week before my birthday and I went to the well counter to place an order। I knew it would take at least a week of the store and get it to the care in it case it was out of stock। ਕਹਿੰਦੇ ਫਿਰ ਮੈਂ ਕੁਝ ਕੁ ਮਹੀਨੇ ਦੇ ਵਿੱਚ ਹੀ ਇਵੈਂਚੁਅਲੀ ਮੈਂ ਉਹਨੇ ਪੈਸੇ ਸੇਵ ਕਰ ਲਏ ਸੀ ਜਿਹਦੇ ਨਾਲ ਮੇਰਾ ਵੈਲ ਕੰਪਿਊਟਰ ਆ ਸਕੇ। ਕਿ ਮੇਰੇ ਹਾਲੇ ਜਨਮ ਦਿਨ ਨੂੰ 1 ਵੀਕ ਪਿਆ ਸੀ ਅਤੇ ਮੈਂ ਵੈਲ ਕੰਪਿਊਟਰ ਦੇ ਵਿੱਚ ਆਪਣਾ ਔਡਰ ਪਲੇਸ ਕਰਨ ਦੇ ਲਈ ਗਈ, ਕਿਉਂਕਿ ਮੈਨੂੰ ਲੱਗਦਾ ਸੀ ਵੀ ਸ਼ਾਇਦ ਉਹਨੂੰ 1 ਵੀਕ ਲੱਗ ਜੂਗਾ, ਬਟ ਜਦੋਂ ਮੈਂ ਉੱਥੇ ਗਈ ਤਾਂ ਪਤਾ ਲੱਗਿਆ ਵੀ ਉਹ ਜਿਹੜੇ ਕੰਪਿਊਟਰ ਨੇ ਉਹ ਆਊਟ ਆਫ ਸਟਾਕ ਹੋ ਚੁੱਕੇ ਆ। I walked in and went to the straight to the employees sitting behind the front of desk to ask if their computers are available। ਕਹਿੰਦੇ ਫਿਰ ਮੈਂ ਉਹਦੇ ਅੰਦਰ ਗਈ ਅਤੇ ਵਾਕ ਕਰਕੇ ਸਟ੍ਰੇਟ ਉਹ ਇੰਪਲਾਈ ਕੋਲ ਗਈ। ਉਹਨਾਂ ਦੇ ਇੱਕ ਜਿਹੜਾ ਪਰਸਨ ਬਿਠਾਇਆ ਹੋਇਆ ਸੀ ਫਰੰਟ ਦੇ ਵਿੱਚ ਡੈਸਕ ਦੇ ਉੱਤੇ, ਤਾਂ ਜੋ ਕੀ ਆ ਮੈਂ ਉਹਨਾਂ ਤੋਂ ਇਹ ਪੁੱਛ ਸਕਾਂ ਵੀ ਕੀ ਕੰਪਿਊਟਰ ਅਵੇਲੇਬਲ ਹੈਗੇ ਆ। ਉਹ you do not need to be buy that one, we have to be another one coming out soon, it is even faster and double through the storage, he said। ਫਿਰ ਉਹਨਾਂ ਨੇ ਕਿਹਾ ਨਹੀਂ ਨਹੀਂ ਤੁਹਾਨੂੰ ਉਹ ਖਰੀਦਣ ਦੀ ਲੋੜ ਹੀ ਨਹੀਂ ਹੈਗੀ, ਹੁਣ ਸਾਡਾ ਇੱਕ ਹੋਰ ਨਵਾਂ ਸਟਾਕ ਆ ਰਿਹਾ ਵਾ ਜਿਹਦੇ ਵਿੱਚ ਕੀ ਆ ਉਹ ਕੰਪਿਊਟਰ ਹੋਰ ਵੀ ਜ਼ਿਆਦਾ ਤੇਜ਼ ਚੱਲਦਾ ਅਤੇ ਉਹਦੇ ਵਿੱਚ ਬਹੁਤ ਸਾਰੀ ਸਟੋਰੇਜ ਪਾਵਰ ਵੀ ਜਿਹੜੀ ਆ ਉਹ ਡਬਲ ਹੋ ਚੁੱਕੀ ਆ। I got excited for a bit before he told me how much it would be a cost। I realized I would be a need another 2 months to doing the jobs to able to afford it। ਕਹਿੰਦੇ ਫਿਰ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੋਈ ਜਦੋਂ ਮੈਨੂੰ ਉਹਨਾਂ ਨੇ ਇਹ ਗੱਲ ਕਿਹਾ, ਅਤੇ ਪਰ ਮੈਂ ਇਹ ਚੀਜ਼ ਵੀ ਪੁੱਛੀ ਵੀ ਉਹਦੇ ਵਿੱਚ ਕਿੰਨੀ ਕੋਸਟ ਲੱਗੇਗੀ। ਜਦੋਂ ਮੈਨੂੰ ਇਹ ਰਿਅਲਾਈਜ਼ ਹੋਇਆ ਵੀ ਉਹਦੀ ਕੋਸਟ ਜ਼ਿਆਦਾ ਵਾ ਅਤੇ ਮੈਨੂੰ ਹੁਣ 2 ਮੰਥ ਹੋਰ ਘਰ ਦਾ ਕੰਮ ਕਰਕੇ ਫਿਰ ਹੀ ਮੈਂ ਉਹਨੂੰ ਅਫੋਰਡ ਕਰ ਸਕਦੀ ਹਾਂ। ਉਹ that is even I was realize how the fast technology change and no matter how to the good machine is and there will always be a better faster model in the market before you fully get used to the one
ਯੂ ਜਸਟ ਗॉट ਕਹਿੰਦੇ ਵੀ ਮੈਨੂੰ ਇਹ ਰਿਅਲਾਈਜ਼ ਹੋਇਆ ਵੀ ਜਿਹੜੀ ਟੈਕਨੋਲੋਜੀ ਉਹ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਆ। ਇਹ ਕੋਈ ਮੈਟਰ ਨਹੀਂ ਹੈਗੀ ਵੀ ਕਿਹੜੀ ਮਸ਼ੀਨ ਜਿਹੜੀ ਉਹ ਜ਼ਿਆਦਾ ਵਧੀਆ ਵਾ ਅਤੇ ਕਿੰਨੀ ਜ਼ਿਆਦਾ ਫਾਸਟ ਮਾਡਲ ਦੇ ਵਿੱਚ ਵਰਕ ਕਰਦੀ ਆ, ਬਿਫੋਰ ਜਦੋਂ ਤੱਕ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਹੈਗੇ ਅਤੇ ਜਦੋਂ ਤੱਕ ਉਹ ਸਾਨੂੰ ਮਿਲਦਾ ਨਹੀਂ ਹੈਗਾ। ਆਈ ਡਿਸਾਈਡ that very moment not to be a buy the computer, since I did not want to spend my hard earned money to the something that would be a go downs in the value within the no time. I ended up investing all it to the saving account. This how to I learned to the ਵੈਲਿਊ ਆਫ ਮਨੀ। ਕਹਿੰਦੇ ਫਿਰ ਮੈਂ ਡਿਸਾਈਡ ਕੀਤਾ ਉਹ ਮੂਮੈਂਟ ਦੇ ਵਿੱਚ ਵੀ ਜਿਹੜਾ ਮੈਨੂੰ ਕੰਪਿਊਟਰ ਖਰੀਦਣਾ ਨਹੀਂ ਚਾਹੀਦਾ, ਕਿਉਂਕਿ ਜਿਹੜੇ ਮੈਂ ਆਪਣੀ ਹਾਰਡ ਅਰਨ ਮਨੀ ਕੀਤੀ ਹੈ, ਸਖਤ ਮਿਹਨਤ ਕਰਕੇ ਜਿਹੜਾ ਪੈਸਾ ਅਰਨ ਕੀਤਾ ਵਾ, ਜੇਕਰ ਮੈਂ ਉਹਨੂੰ ਉੱਥੇ ਲਗਾ ਦਿੱਤਾ ਤਾਂ ਉਹਦਾ ਕੋਈ ਵੀ ਵੈਲਿਊ ਜਿਹੜੀ ਆ ਉਹ ਹਮੇਸ਼ਾ ਜਿਹੜੀ ਕੰਪਿਊਟਰ ਦੀ ਵੈਲਿਊ ਆ ਡਿੱਗਣੀ ਸ਼ੁਰੂ ਹੋ ਜਾਏਗੀ, ਤਾਂ ਉਹਦੇ ਵਿੱਚ ਮੈਨੂੰ ਕੋਈ ਬੈਨੀਫਿਟ ਨਹੀਂ ਹੋਏਗਾ। ਤਾਂ ਫਿਰ ਮੈਂ ਸਾਰਾ ਪੈਸਾ ਜਿਹੜਾ ਸੀ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਪਾ ਦਿੱਤਾ ਅਤੇ ਹੁਣ ਇਸ ਤਰੀਕੇ ਨਾਲ ਮੈਂ ਸਿੱਖ ਸਕੀ ਵੀ ਕਿਸ ਤਰੀਕੇ ਨਾਲ ਜਿਹੜੀ ਮਨੀ ਦੀ ਵੈਲਿਊ ਹੁੰਦੀ ਹੈ। ਜਾਣੀ ਕਿ ਇਸ ਜਿਹੜਾ ਲੈਸਨ ਆ ਇਹ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਵਾ ਵੀ ਅਸੀਂ ਕਿਸ ਤਰੀਕੇ ਨਾਲ ਆਪਣੀ ਮਨੀ ਦੀ ਵੈਲਿਊ ਜਿਹੜੀ ਆ ਉਹ ਸਮਝ ਸਕਦੇ ਹਾਂ, ਕਿਉਂਕਿ ਹਰ ਇੱਕ ਚੀਜ਼ ਦੀ ਜਿਹੜੀ ਵੈਲਿਊ ਹੈ, ਜਿਹੜੀ ਵੀ ਚੀਜ਼ ਅਸੀਂ ਖਰੀਦਦੇ ਹਾਂ, ਕੁਛ ਟਾਈਮ ਤੱਕ ਉਹਦੇ ਬਾਅਦ ਜਿਹੜੀ ਆ ਨਿਊ ਟੈਕਨੋਲੋਜੀ ਅਪਡੇਟ ਹੋ ਜਾਂਦੀ, ਉਹਦਾ ਪ੍ਰਾਈਸ ਇਨਕਰੀਜ਼ ਹੁੰਦਾ, ਐਜ਼ ਵੈਲ ਐਜ਼ ਜਦੋਂ ਅਸੀਂ ਉਹਨੂੰ ਖਰੀਦ ਲੈਂਦੇ ਹਾਂ ਅਤੇ ਉਹਨੂੰ ਥੋੜ੍ਹਾ ਟਾਈਮ ਤੱਕ ਯੂਜ਼ ਕਰਨ ਤੋਂ ਬਾਅਦ ਅਸੀਂ ਉਹਨੂੰ ਜਦੋਂ ਸਿੱਟਣ ਲੱਗਦੇ ਹਾਂ ਤਾਂ ਉਹਦੀ ਵੈਲਿਊ ਜਿਹੜੀ ਹੁੰਦੀ ਆ ਹੋਰ ਵੀ ਜ਼ਿਆਦਾ ਘੱਟ ਜਾਂਦੀ ਆ। ਤਾਂ ਉਹ ਬੱਚੀ ਨੇ ਵੀ ਇਹ ਗੱਲ ਸਮਝੀ ਅਤੇ ਅਖੀਰ ਦੇ ਵਿੱਚ ਉਹਨੇ ਇਹ ਆਈਡੀਆ ਡਰੋਪ ਕਰਤਾ ਵੀ ਉਹ ਕੀ ਆ, ਨਿਊ ਕੰਪਿਊਟਰ ਲਏਗੀ। ਨਾਓ ਹੁਣ ਇਹ ਤੁਹਾਡੇ ਵਿੱਚ ਵੀ ਇਹੀ ਚੀਜ਼ਾਂ ਨੇ, ਕਿਉਂਕਿ ਹਰੇਕ ਬੱਚੇ ਕੋਲ ਹਰੇਕ ਟਾਈਮ ਦੇ ਉੱਤੇ ਜਿਹੜਾ ਪੈਸੇ ਦੀ ਵੈਲਿਊ ਸਮਝਣੀ ਚਾਹੀਦੀ ਆ। ਜੇਕਰ ਅਸੀਂ ਕਿਸੇ ਚੀਜ਼ ਲਈ ਜਿੱਦ ਕਰਦੇ ਹਾਂ ਪਰ ਸਾਨੂੰ ਇਹ ਵੀ ਚੀਜ਼ ਚਾਹੀਦੀ ਆ ਵੀ ਉਹ ਸਾਡੇ ਲਈ ਯੂਜ਼ਫੁਲ ਹੈ ਕਿ ਨਹੀਂ ਹੈ, ਠੀਕ ਹੈ ਜੀ, ਤਾਂ ਇਹ ਚੀਜ਼ਾਂ ਜ਼ਰੂਰੀ ਨੇ। ਦੈਨ ਫਿਰ ਅਸੀਂ ਆਪਣਾ ਜਿਹੜਾ ਆਨਸਰ ਆ ਉਹਨੂੰ ਸਮਝ ਸਕਦੇ ਹਾਂ। ਇਹੀ ਚੀਜ਼ ਉਹ ਕੁੜੀ ਨੇ ਲਾਸਟ ਦੇ ਵਿੱਚ ਸਿੱਖੀ। ਦੈਨ ਹੁਣ ਅਸੀਂ ਇਹਦੇ ਜਿਹੜੇ ਐਕਟੀਵਿਟੀਜ਼ ਨੇ ਉਹ ਕਰਦੇ ਹਾਂ। ਦੇਖੋ ਜੀ, ਸੈਕਿੰਡ ਐਕਟੀਵਿਟੀ ਸਾਨੂੰ ਦੱਸ ਰਹੀ ਆ ਵੀ ਆਰ ਯੂਜ਼ਿੰਗ ਟੂ ਦੀ ਆਰਡਰ ਦੇ ਅਪੀਅਰਡ ਇਨ ਟੂ ਦੀ ਡਿਕਸ਼ਨਰੀ। ਇਹਨੂੰ ਡਿਕਸ਼ਨਰੀ ਵਰਡਸ ਦੇ ਅਕੋਰਡਿੰਗ ਲਗਾਉਣਾ। ਡਿਕਸ਼ਨਰੀ ਵਰਡਸ ਮੀਨਸ ਵੀ ਅਲਫਾਬੈਟਿਕ ਆਰਡਰ ਲਗਾਉਣਾ, ਜਿਵੇਂ ਏ ਵਾਲੇ ਵਰਡ ਪਹਿਲਾਂ ਆਉਣਗੇ, ਫਿਰ ਬੀ ਵਾਲੇ, ਫਿਰ ਸੀ ਵਾਲੇ, ਫਿਰ ਡੀ ਵਾਲੇ, ਫਿਰ ਈ ਵਾਲੇ, ਫਿਰ ਐਫ ਵਾਲੇ। ਇਸ ਤਰੀਕੇ ਨਾਲ ਅਸੀਂ ਇਹਨੂੰ ਅਰੇਂਜ ਕਰਨਾ ਵਾ, ਤਾਂ ਜੋ ਕੀ ਆ, ਕਿਉਂਕਿ ਤੁਸੀਂ ਡਿਕਸ਼ਨਰੀ ਦੇਖੇ ਹੋਣੇ, ਡਿਕਸ਼ਨਰੀ ਦੇ ਵਿੱਚ ਵਰਡ ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ, ਇੱਕ ਅਲਫਾਬੈਟਿਕਲੀ ਆਰਡਰ ਲਗਾਏ ਗਏ ਹੁੰਦੇ ਆ। ਜਿਵੇਂ ਏ ਅਤੇ ਏ ਵਾਲੀ ਜੇਕਰ ਜੋ ਕੋਈ ਵੈਲਿਊ ਹੋਈ, ਜਿਵੇਂ ਆਰ, ਠੀਕ ਹੈ ਜੀ, ਇੱਕ ਹੈਗਾ ਵਾ ਐਰੇ, ਤਾਂ ਇਹਨਾਂ ਵਿੱਚੋਂ ਜਿਹੜਾ ਪਹਿਲਾ ਵਰਡ ਹੋਵੇਗਾ ਉਹ ਆ ਯੂਜ਼ ਕਰਿਆ ਜਾਏਗਾ, ਕਿਉਂਕਿ ਏ ਦੋਹਾਂ ਦੇ ਵਿੱਚ ਕਾਮਨ ਆ ਫਸਟ, ਫਿਰ ਆਰ ਇਹਨਾਂ ਵਿੱਚ ਵੀ ਦੋਨੀ ਕਾਮਨ ਆ, ਬਟ ਈ ਜਿਹੜੀ ਆ ਉਹ ਪਹਿਲਾਂ ਆਉਂਦੀ ਹੈ ਦੂਸਰੀ ਆਰ ਤੋਂ। ਇਸ ਕਰਕੇ ਇਹਨੂੰ ਕੀ ਆ, ਡਿਕਸ਼ਨਰੀ ਵਰਡਸ ਦੇ ਅਕੋਰਡਿੰਗ ਅਰੇਂਜ ਕੀਤਾ ਜਾਊਗਾ। ਆ ਤੁਹਾਡੇ ਕੋਲ 20 ਵਰਡਸ ਨੇ, ਇਹਨੂੰ ਅਰੇਂਜ ਕਰਨ ਦੀ ਕੋਸ਼ਿਸ਼ ਕਰੋ। ਪਹਿਲਾਂ ਮੇਰੀ ਵੀਡੀਓ ਪਾਊਜ਼ ਕਰੋ, ਇਹਦਾ ਆਨਸਰ ਜਿਹੜਾ ਵਾ ਉਹ ਅੱਗੇ ਦਿੱਤਾ ਹੋਇਆ ਵਾ, ਤਾਂ ਵੀਡੀਓ ਪਾਊਜ਼ ਕਰਕੇ ਤੁਸੀਂ ਇਹਨੂੰ ਕੀ ਆ ਦੇਖੋ ਵੀ ਇਹਦਾ ਆਨਸਰ ਕੀ ਬਣ ਸਕਦਾ। ਜਿੰਨਾ ਹੋ ਸਕੇ ਤੁਸੀਂ ਆਪਣੇ ਅਕੋਰਡਿੰਗ ਮਾਈਂਡ ਲਗਾ ਕੇ ਇਹਨੂੰ ਕਰਨ ਦੀ ਕੋਸ਼ਿਸ਼ ਕਰਨੀ ਆ। ਦੈਨ ਫਿਰ ਤੁਸੀਂ ਆਪਣੇ ਆਨਸਰ ਜਿਹੜੇ ਨੇ ਉਹਨੂੰ ਟੈਲੀ ਕਰ ਸਕਦੇ ਹੋ। ਦੇਖੋ ਹੁਣ ਇਹਦੇ ਆਨਸਰ ਜਿਹੜੇ ਨੇ ਉਹ ਮੈਂ ਲਿਖੇ ਹੋਏ ਨੇ। ਆਨਸਰ ਕੀ ਆ ਉਸ ਚੀਜ਼ ਦੀ, ਦੇਖੋ ਪਹਿਲਾਂ ਅਕਾਊਂਟ ਆਏਗਾ, ਫਿਰ ਅਰੇਂਜ ਆਏਗਾ, ਫਿਰ ਕਸਟਮਿਸਟਿਕ, ਡਿਸਾਈਡ, ਡਿਸਟ੍ਰੇਸ, ਐਕਸਾਈਟਡ, ਫਾਸਟਰ, ਇਨਵੈਸਟਿੰਗ, ਮਾਰਕੀਟ, ਮਸ਼ੀਨ। ਤਾਂ ਇਹ ਸਾਰੀਆਂ ਚੀਜ਼ਾਂ ਇਸੇ ਤਰੀਕੇ ਨਾਲ ਅਰੇਂਜ ਕੀਤੀਆਂ ਹੋਈਆਂ ਨੇ ਅਲਫਾਬੈਟਿਕਲੀ ਆਰਡਰ ਦੇ ਨਾਲ, ਅਤੇ ਉਹ ਚੀਜ਼ਾਂ ਤੁਸੀਂ ਠੀਕ ਕਰ ਲੈਣੀਆਂ ਨੇ। ਵੈਸੇ ਇਹਦੇ ਵਿੱਚ ਇੱਕ ਮਿਸਟੇਕ ਹੋ ਗਈ, ਜਿਹੜੀ ਮਸ਼ੀਨ ਆ ਉਹ ਪਹਿਲਾਂ ਆਏਗੀ, ਮਾਰਕੀਟ ਬਾਅਦ ਵਿੱਚ ਆਏਗੀ, ਮਾਰਕੀਟ ਸਭ ਤੋਂ ਲਾਸਟ ਦੇ ਵਿੱਚ ਆਏਗਾ, ਇੱਥੇ ਆਏਗਾ। ਦੈਨ ਆ ਮਨੀ ਵੈਲਿਊ ਆ, ਤਾਂ ਇਹਨੂੰ ਵੀ ਠੀਕ ਕਰ ਲਿਓ, ਠੀਕ ਹੈ ਜੀ। ਤਾਂ ਇਹ ਸਾਰੀਆਂ ਅਰੇਂਜ ਕਰਨੀਆਂ ਨੇ ਅਲਫਾਬੈਟਿਕਲੀ ਆਰਡਰ ਦੇ ਵਿੱਚ, ਅਤੇ ਤੁਸੀਂ ਇਹਨੂੰ ਸਹੀ ਢੰਗ ਦੇ ਨਾਲ ਅਰੇਂਜ ਕਰ ਲੈਣਾ ਵਾ। ਦੈਨ ਆਫਟਰ ਦੈਟ, ਇਹ ਤੋਂ ਬਾਅਦ ਫਿਰ ਸਾਡੇ ਕੋਲ ਹੈ ਕੁਐਸਚਨ ਆਨਸਰ, ਜਿਹੜੇ ਕਿ ਤੁਸੀਂ ਕਾਪੀ ਦੇ ਉੱਤੇ ਨੋਟ ਡਾਊਨ ਕਰਨੇ ਆ। ਦੇਖੋ ਫਸਟ ਕੁਐਸਚਨ ਕੀ ਆ ਮੇਰੇ ਕੋਲ, ਵਟ ਮੇਡ ਦੀ ਨਰੇਟਰ ਅਨਹੈਪੀ। ਕਿਹੜੀ ਅਜਿਹੀ ਚੀਜ਼ ਸੀਗੀ ਜਿਹਦੇ ਕਰਕੇ ਲੇਖਕ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਸੀਗੀ ਜਾਂ ਉਦਾਸ ਸੀ। ਆਨਸਰ ਹੈ ਦੀ ਲਿਮਿਟੇਸ਼ਨ ਆਫ ਹਰ ਕੰਪਿਊਟਰਸ ਮੇਡ ਹਰ ਅਨਹੈਪੀ। ਕਹਿੰਦੇ ਵੀ ਜਿਹੜੇ ਉਹਦੇ ਕੰਪਿਊਟਰ ਦੇ ਵਿੱਚ ਕੁਝ ਕੁ ਖਾਮੀਆਂ ਸੀਗੀਆਂ ਜਿਹਦੇ ਕਰਕੇ ਉਹ ਕੀ ਸੀ, ਬਹੁਤ ਜ਼ਿਆਦਾ ਦੁਖੀ ਸੀ। ਸੈਕਿੰਡ ਕੁਐਸਚਨ ਹੈ ਵਟ ਵਾਜ਼ ਦੀ ਨਰੇਟਰਸ ਓਬਸੈਸਡ ਵਿਦ। ਕਹਿੰਦੇ ਉਹ ਨਰੇਟਰ ਜਿਹੜੀ ਸੀ ਉਹ ਕਿਸ ਚੀਜ਼ ਨੂੰ ਪਾਉਣ ਦੇ ਲਈ ਖੁਸ਼ ਸੀ, ਜਾਂ ਕਿਹੜੀ ਚੀਜ਼ ਉਹਨੂੰ ਆਕਰਸ਼ਿਤ ਕਰ ਰਹੀ ਸੀ। ਆਨਸਰ ਹੈ ਦੀ ਨਰੇਟਰ ਵਾਜ਼ ਓਬਸੈਸਡ ਵਿਦ ਦੀ ਲੇਟੈਸਟ ਵੈਲ ਕੰਪਿਊਟਰ। ਉਹ ਲੇਟੈਸਟ ਵੈਲ ਜਿਹੜਾ ਕੰਪਿਊਟਰ ਸੀਗਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਐਕਸਾਈਟਡ ਸੀ। ਥਰਡ ਕੁਐਸਚਨ ਹੈ ਵਟ ਵਰ ਦੀ 2 ਫੀਚਰਸ ਆਫ ਦੀ ਵੈਲ ਕੰਪਿਊਟਰ ਦੈਟ ਵਰ ਬੀਇੰਗਸ ਟੂ ਦੀ ਐਡਵਰਟਾਈਜ਼ ਔਨ TV। ਕਹਿੰਦੇ ਵੀ ਕਿਹੜੇ ਜਿਹੇ 2 ਫੀਚਰ ਸੀਗੇ ਵੈਲ ਕੰਪਿਊਟਰ ਦੇ ਵਿੱਚ ਜਿਹੜਾ ਕਿ ਐਡਵਰਟਾਈਜ਼ਮੈਂਟ ਜਾਂ ਵਿਗਿਆਪਨ ਦਿੱਤਾ ਗਿਆ ਸੀ ਉਸ TV ਦੇ ਉੱਤੇ। ਆਨਸਰ ਹੈ ਦੀ ਲੇਟੈਸਟ ਪ੍ਰੋਸੈਸਰ ਐਂਡ ਅਨਬਿਲੀਵੇਬਲ ਹਾਈ ਸਟੋਰੇਜ were the 2 features of the well computer that were to the beings advertised on
ਟੀਵੀ। ਕਹਿੰਦੇ ਇੱਕ ਤਾਂ ਪਹਿਲਾ ਸੀਗਾ ਵੀ ਤੇਜ਼ ਪ੍ਰੋਸੈਸਰ ਵਾਲਾ ਅਤੇ ਦੂਜਾ ਹਾਈ ਸਟੋਰੇਜ ਕਪੈਸਿਟੀ ਸੀਗੀ, ਅਤੇ ਇਹ ਦੋ ਫੀਚਰ ਜਿਹੜੇ ਸੀ ਵੈਲ ਕੰਪਿਊਟਰ ਦੁਆਰਾ ਉਸ ਐਡਵਰਟਾਈਜ਼ਮੈਂਟ ਦੇ ਵਿੱਚ ਦਿੱਤੇ ਗਏ ਸੀ ਜਿਹੜੀ ਕਿ ਟੀਵੀ ਦੇ ਵਿੱਚ ਬਾਰ-ਬਾਰ ਆ ਰਹੀ ਸੀ। ਉਸ ਤੋਂ ਬਾਅਦ ਹੈ ਕੁਐਸਚਨ, ਵਟ ਆਫਰ ਡਿਡ ਦੀ ਪੇਰੈਂਟਸ ਗਿਵ ਟੂ ਦੀ ਨਰੇਟਰ। ਕਹਿੰਦੇ ਕਿਹੜੀ ਤਰ੍ਹਾਂ ਦੀ ਆਫਰ ਦਿੱਤੀ ਗਈ ਸੀ ਕਿ ਉਹਦੇ ਪੇਰੈਂਟਸ ਦੁਆਰਾ, ਮਾਤਾ ਪਿਤਾ ਦੁਆਰਾ ਲੇਖਕ ਨੂੰ। ਆਨਸਰ ਹੈ, ਦੇ ਆਫਰਡ ਹਰ ਇਫ ਸ਼ੀ ਸਟਾਰਟਡ ਡੂਇੰਗ ਦੀ ਹਾਊਸ ਚੋਲਸ ਦੇ ਵੁੱਡ ਬੀ ਗਿਵ ਹਰ ਮਨੀ ਫॉर ਦੈਟ। ਕਹਿੰਦੇ ਉਹਨਾਂ ਨੇ ਇਹ ਆਫਰ ਕੀਤਾ ਵੀ ਜੇਕਰ ਤੁਸੀਂ ਕੀ ਆ ਘਰ ਦੇ ਕੰਮਾਂ ਦੇ ਵਿੱਚ ਜਿਹੜਾ ਵਾ ਕੰਮ ਕਰੋਗੇ ਤਾਂ ਤੁਹਾਨੂੰ ਕੀ ਆ ਮਨੀ ਦਿੱਤੀ ਜਾਊਗੀ ਉਹਦੇ ਬਦਲੇ, ਤਾਂ ਜੋ ਕੀ ਆ ਤੁਸੀਂ ਆਪਣਾ ਕੰਪਿਊਟਰ ਲੈ ਸਕੋ। ਉਸ ਤੋਂ ਬਾਅਦ ਹੈ, ਵਿਚ ਟੂ ਥਿੰਗਸ ਡਿਡ ਦੀ ਨਰੇਟਰ ਡੂ ਟੂ ਡੂ ਕੰਪਲੀਟ ਦੀਆਂ ਚੋਲਸ। ਕਹਿੰਦੇ ਕਿਹੜੇ ਅਜਿਹੀਆਂ ਦੋ ਕੰਮ ਜਿਹੜੀ ਸੀ ਉਹ ਕਰਦੀ ਸੀ ਤਾਂ ਜੋ ਕੀ ਆ ਵੀ ਉਹ ਆਪਣਾ ਵਰਕ ਜਿਹੜਾ ਵਾ ਉਹ ਜਲਦੀ ਖਤਮ ਕਰ ਸਕੇ। ਆਨਸਰ ਹੈ, ਹੀ ਸਟਾਰਟਡ ਵਾਕਿੰਗ, ਹੀ ਸਟਾਰਟਡ ਵਾਕ, WAKING, ਇੱਥੇ ਥੋੜ੍ਹਾ ਸਪੈਲ ਠੀਕ ਕਰ ਲਿਓ। ਉਸ ਤੋਂ ਬਾਅਦ ਅਪ ਟੂ ਦੀ ਅਰਲੀ ਐਂਡ ਵਰਕਿੰਗ ਟਾਇਰਲੈਸਲੀ ਐਵਰੀ ਡੇ। ਉਹ ਐਵਰੀ ਡੇ ਦੇ ਵਿੱਚ ਕੀ ਸੀਗੀ, ਜਲਦੀ ਉੱਠਣਾ ਤਾਂ ਜੋ ਕੀ ਆ ਵੀ ਉਹ ਕੀ ਆ ਟਾਇਰਲੈਸਲੀ ਜਾਣੀ ਕਿ ਬਿਨਾਂ ਥੱਕੇ ਸਾਰਾ ਕੰਮ ਕਰ ਸਕੇ। ਉਸ ਤੋਂ ਬਾਅਦ ਹੈ, ਵਟ ਹੈਪਨਡ ਵੈਨ ਦੀ ਨਰੇਟਰ ਵੈਂਟ ਟੂ ਦੀ ਸਟੋਰ ਟੂ ਦੀ ਆਰਡਰ ਦੀ ਕੰਪਿਊਟਰ ਹੀ ਵਾਂਟਡ। ਕਹਿੰਦੇ ਵੀ ਜਦੋਂ ਉਹ ਕੀ ਹੋਇਆ ਸੀ ਲੇਖਕ ਦੇ ਨਾਲ ਜਦੋਂ ਉਹ ਸਟੋਰ ਦੇ ਵਿੱਚ ਗਈ ਆਪਣਾ ਆਰਡਰ ਪਲੇਸ ਕਰਨ ਦੇ ਲਈ ਜਿਹੜਾ ਉਹ ਚਾਹੁੰਦੀ ਸੀ। ਆਨਸਰ ਹੈ, ਸ਼ੀ ਫਾਊਂਡ ਦੈਟ ਦੀ ਕੰਪਿਊਟਰ ਸ਼ੀ ਵਾਂਟਡ ਵਾਜ਼ outdated and then the latest one was with more features and more expensive। ਕਹਿੰਦੇ ਜਦੋਂ ਉਹ ਆਪਣਾ ਆਰਡਰ ਪਲੇਸ ਕਰਨ ਗਈ ਤਾਂ ਉਹਨੂੰ ਦੇਖਿਆ ਵੀ ਉਹ ਜਿਹੜਾ ਕੰਪਿਊਟਰ ਸੀ ਹੁਣ ਉਹ ਆਊਟਡੇਟਡ ਹੋ ਚੁੱਕਿਆ ਸੀ, ਉਸ ਹਿਸਾਬ ਦਾ ਨਹੀਂ ਸੀਗਾ ਜਿਹੜਾ ਅੱਜ ਦਾ ਜ਼ਮਾਨਾ ਸੀਗਾ, ਅਤੇ ਉਹਦੇ ਵਿੱਚ ਇੱਕ ਨਵਾਂ ਲੇਟੈਸਟ ਜਿਹੜਾ ਕੰਪਿਊਟਰ ਸੀ ਉਹ ਲਾਂਚ ਹੋਣਾ ਸੀ ਜਿਹਦੇ ਵਿੱਚ ਨਵੇਂ ਫੀਚਰ ਸੀਗੇ ਅਤੇ ਹੋਰ ਵੀ ਜ਼ਿਆਦਾ ਕਾਸਟਲੀ ਸੀਗਾ। ਉਸ ਤੋਂ ਬਾਅਦ ਹੈ ਅਗਲਾ ਕੁਐਸਚਨ ਹੈ, ਵਾਈ ਡਿਡ ਸ਼ੀ ਡਿਸਾਈਡ ਅਗੇਂਸਟ ਟੂ ਦੀ ਬਾਏ ਦੀ ਕੰਪਿਊਟਰ ਸ਼ੀ ਵਾਜ਼ ਟੂ ਦੀ ਓਬਸੈਸਡ ਵਿਦ। ਕਹਿੰਦੇ ਵੀ ਉਹਨਾਂ ਨੇ ਕੀ ਡਿਸਾਈਡ ਕੀਤਾ ਸੀ ਵੀ ਉਹ ਕੰਪਿਊਟਰ ਬਾਏ ਕਰਨ ਦੇ ਲਈ, ਅਤੇ ਉਹ ਕਿਹੜੀ ਚੀਜ਼ ਤੋਂ ਜ਼ਿਆਦਾ ਦੁਖੀ ਸੀਗੇ। ਆਨਸਰ ਹੈ, ਬਿਕੋਜ਼ ਸ਼ੀ ਡਿਡ ਨਾਟ ਵਾਂਟ ਟੂ ਦੀ ਸਪੈਂਡ ਹਰ ਹਾਰਡ ਅਰਨਡ ਮਨੀ ਔਨ ਸਮਥਿੰਗ ਸ਼ੀ ਵੁੱਡ ਗੋ ਟੂ ਦੀ ਵੈਲਿਊ ਵਿਦ ਇਨ ਔਨ ਟਾਈਮ। ਕਿਉਂਕਿ ਉਹ ਉਹਨਾਂ ਨੇ ਤਾਂ ਨਹੀਂ ਆਪਣਾ ਜਿਹੜੀ ਹਾਰਡ ਅਰਨ ਮਨੀ ਸੀਗੀ ਉਹ ਤਾਂ ਨਹੀਂ ਉਹਦੇ ਉੱਤੇ ਖਰਚੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਕੁਛ ਕੁ ਟਾਈਮ ਤੱਕ ਇਹਦੀ ਜਿਹੜੀ ਵੈਲਿਊ ਆ ਉਹ ਹੋਰ ਵੀ ਜ਼ਿਆਦਾ ਘਟ ਜਾਏਗੀ। ਉਸ ਤੋਂ ਬਾਅਦ ਹੈ, ਵਾਈ ਡਿਡ ਦੀ ਵੈਲ ਇੰਪਲੋਈਜ਼ ਐਡਵਾਈਸ ਟੂ ਦੀ ਨਰੇਟਰ ਟੂ ਵੇਟ ਫॉर ਫਿਊ ਡੇਜ਼। ਕਹਿੰਦੇ ਵੀ ਜਿਹੜੇ ਨਰੇਟਰ ਸੀਗੇ ਵੈਲ ਲਏ ਦੇ ਅਤੇ ਉਹਨਾਂ ਦੇ ਜਿਹੜੇ ਇੰਪਲੋਈ ਸੀ ਉਹਨਾਂ ਨੇ ਕਿਉਂ ਕਿਹਾ ਵੀ ਉਹਨੂੰ ਫਿਊ ਡੇਟ ਜਾਂ ਥੋੜ੍ਹੇ ਸਮੇਂ ਦੇ ਲਈ ਹੋਰ ਜ਼ਿਆਦਾ ਵੇਟ ਕਰਨੀ ਪਊ। ਆਨਸਰ ਹੈ, ਬਿਕੋਜ਼ they were to the another latest computer coming out soon, it was to the even faster and had a double storage। ਕਹਿੰਦੇ ਉਹਨਾਂ ਨੇ ਇਹ ਗੱਲ ਤਾਂ ਕਹੀ ਸੀ ਕਿਉਂਕਿ ਜਿਹੜਾ ਕੰਪਿਊਟਰ ਸੀਗਾ ਉਹ ਹੁਣ ਜਿਹੜਾ ਸੀ ਆਊਟਕਮ ਹੋ ਚੁੱਕਿਆ ਸੀ, ਯਾਨੀ ਕਿ ਨਵਾਂ ਕੰਪਿਊਟਰ ਜਿਹੜਾ ਸੀ ਉਹ ਨਿਕਲਣ ਵਾਲਾ ਸੀ ਅਤੇ ਉਹ ਬਹੁਤ ਜ਼ਿਆਦਾ ਤੇਜ਼ ਸੀ ਅਤੇ ਉਹਦੀ ਵੀ ਸਟੋਰੇਜ ਜਿਹੜੀ ਸੀ ਉਹ ਤੋਂ ਜ਼ਿਆਦਾ ਡਬਲ ਸੀ। ਉਸ ਤੋਂ ਬਾਅਦ ਅਸੀਂ ਆਈਡੈਂਟੀਫਾਈ ਕਰਨਾ ਸਪੀਕਰ ਦੇ ਲਿਸਨਰ ਕੌਣ ਆ। ਫਸਟ ਹੈਗਾ, ਉਹ ਯੂ ਡੂ ਨਾਟ ਨੀਡ ਟੂ ਬਾਏ ਦੈਟ ਵਨ, ਵੀ ਹੈਵ another coming out soon, it is even faster and double the storage। ਕਹਿੰਦੇ ਇਹ ਗੱਲ ਕਿਹਨੂੰ ਕਹੀ, ਸਪੀਕਰ ਜਿਹੜਾ ਸੀ ਉਹ ਵੈਲ ਇੰਪਲੋਈ ਸੀਗਾ, ਵੈਲ ਇੰਪਲੋਈ ਜਿਹੜਾ ਕੰਪਨੀ ਦਾ ਇੰਪਲੋਈ ਸੀ, ਅਤੇ ਲਿਸਨਰ ਕੌਣ ਸੀਗਾ, ਲੇਖਕ। ਉਸ ਤੋਂ ਬਾਅਦ ਹੈ, ਪਲੀਜ਼ ਟੈਡ ਇਜ਼ ਦੀ ਐਨੀਥਿੰਗ ਐਲਸ ਯੂ ਨੀਡ ਟੂ ਹੈਲਪ ਵਿਦ। ਤਾਂ ਇਹ ਜਿਹੜੇ ਸ਼ਬਦ ਸੀਗੇ ਕਿਹਨੇ ਕਹੇ ਸੀਗੇ, ਇਹ ਜਿਹੜੇ ਸ਼ਬਦ ਸੀਗੇ ਉਹ ਸਪੀਕਰ ਜਿਹੜਾ ਸੀ ਨਰੇਟਰ ਸੀ ਉਹਨੇ ਆਪਣੇ ਫਾਦਰ ਸਾਹਿਬ ਨੂੰ ਇਹ ਗੱਲ ਕਹੀ ਸੀ। ਗਿਵ ਮੀ ਆ ਮੋਰ ਚੋਲਸ, ਇਹ ਕਿਹਨੇ ਕਿਹਾ ਸੀ ਮੈਨੂੰ ਹੋਰ ਜ਼ਿਆਦਾ ਕੰਮ ਦਿੱਤਾ ਜਾਵੇ, ਲੇਖਕ ਨੇ ਕਿਹਾ ਸੀਗਾ। ਕਿਹਨੂੰ ਕਿਹਾ ਸੀ, ਆਪਣੇ ਫਾਦਰ ਨੂੰ ਕਿਹਾ ਸੀ। ਜਿਸ ਦੇ ਨਾਲ ਫੋਰਥ ਐਕਟੀਵਿਟੀ ਜਿਹੜੀ ਉਹ ਕੰਪਲੀਟ ਹੁੰਦੀ ਆ। ਲਾਸਟ ਐਕਟੀਵਿਟੀ ਹੈ, ਥਿੰਕ ਐਟ ਡਿਸਟ੍ਰਿਕਟ ਅਬਾਊਟ ਯੂਅਰ ਪਾਰਟਨਰ ਵਿਦ ਦੇਅਰ ਗਿਵਨ ਸਿਨਾਰੀਓ। ਇਹ ਤੁਹਾਨੂੰ ਇੱਕ ਸਿਚੁਏਸ਼ਨ ਦਿੱਤੀ ਗਈ ਆਪਣੇ ਫਰੈਂਡ ਦੇ ਨਾਲ ਡਿਸਕਸ ਕਰੋ ਅਤੇ ਆਨਸਰ ਕਰੋ ਉਹਦਾ ਕੀ ਹੋ ਸਕਦਾ ਵਾ। ਸਿਚੁਏਸ਼ਨ ਹੈ, ਉਹ ਯੂ ਡੂ ਨਾਟ ਨੀਡ ਟੂ ਦੀ ਬਾਏ ਵਨ, we have to the another one coming out soon, it is even faster and double the storage। ਕਹਿੰਦੇ ਇਹ ਗੱਲ ਡਿਸਕਸ ਕਰੋ ਵੀ ਉਹਨਾਂ ਜਦੋਂ ਇਹ ਗੱਲ ਕਹੀ ਵੀ ਭਾਈ ਉਹ ਤੁਹਾਨੂੰ ਇਹ ਖਰੀਦਣ ਦੀ ਲੋੜ ਨਹੀਂ ਹੈਗੀ ਅਤੇ ਇੱਕ ਨਵਾਂ ਸਾਡਾ ਜਿਹੜਾ ਕੰਪਿਊਟਰ ਆ ਉਹ ਜਲਦੀ ਲਾਂਚ ਹੋ ਜਾਏਗਾ ਅਤੇ ਇਹ ਬਹੁਤ ਜ਼ਿਆਦਾ ਵਧੀਆ ਵਾ, ਤੇਜ਼ ਚੱਲਦਾ ਵਾ ਅਤੇ ਇਹਦੀ ਸਟੋਰੇਜ ਵੀ ਜ਼ਿਆਦਾ ਵਾ। ਡੂ ਯੂ ਥਿੰਕ, ਤੁਸੀਂ ਕੀ ਸੋਚਦੇ ਹੋ ਜੇਕਰ ਤੁਹਾਨੂੰ ਕੋਈ ਪੁੱਛੇ, ਇਟ ਵਾਜ਼ ਦੀ ਵਾਈਜ਼ ਟੂ ਦੀ ਨਰੇਟਰ ਟੂ ਪੁੱਟ ਹਰ ਮਨੀ ਇਨ ਦੀ ਸੇਵਿੰਗ ਅਕਾਊਂਟ, ਵਾਈ ਔਰ ਵਾਈ ਨਾਟ। ਕੀ ਤੁਸੀਂ ਇਸ ਚੀਜ਼ ਨਾਲ ਖੁਸ਼ੀ ਹੋ ਵੀ ਜਿਹੜਾ ਨਰੇਟਰ ਨੇ ਆਪਣਾ ਦਿਮਾਗ ਯੂਜ਼ ਕੀਤਾ ਅਤੇ ਉਹਨੇ ਸਾਰੇ ਪੈਸੇ ਜਿਹੜੇ ਸੇਵਿੰਗ ਅਕਾਊਂਟ ਦੇ ਵਿੱਚ ਪਾਏ, ਵਾਈ ਐਂਡ ਵਾਈ ਨਾਟ। ਆਨਸਰ ਹੈ, ਯੈਸ ਵੀ ਸ਼ੁੱਡ ਨਾਟ ਵੇਸਟ ਆਵਰ ਮਨੀ ਫॉर ਦੀ ਅਨਇੰਪੋਰਟੈਂਟ ਥਿੰਗਸ। ਉਹਨੇ ਸਹੀ ਕੀਤਾ ਕਿਉਂਕਿ ਸਾਨੂੰ ਜਿਹੜੇ ਆਪਣੇ ਹਾਰਡ ਅਰਨ ਮਨੀ ਹੁੰਦੀ ਆ ਉਹਨੂੰ ਵੇਸਟ ਨਹੀਂ ਕਰਨਾ ਚਾਹੀਦਾ ਕੋਈ ਅਨਇੰਪੋਰਟੈਂਟ ਚੀਜ਼ਾਂ ਦੇ ਉੱਤੇ।
ਉਸ ਤੋਂ ਬਾਅਦ ਹੈ it would be have been wiser to the narrator to work for the 2 more months and buy the newer model of computer why or why not। ਕਹਿੰਦੇ ਵੀ ਕੀ ਜਿਹੜਾ ਨਰੇਟਰ ਸੀਗਾ ਉਹਨੂੰ ਹੋਰ 2 ਮਹੀਨੇ ਵਰਕ ਕਰਨਾ ਚਾਹੀਦਾ ਸੀ ਤਾਂ ਜੋ ਕਿ ਉਹ ਇੱਕ ਨਵਾਂ ਮਾਡਲ ਦਾ ਕੰਪਿਊਟਰ ਖਰੀਦ ਸਕੇ। ਕੀ ਤੁਸੀਂ ਵਾਈ ਔਰ ਵਾਈ ਨਾਟ, ਕਿਉਂ ਤੇ ਕਿਉਂ ਨਹੀਂ। ਆਨਸਰ ਹੈ ਨੋ, ਬਿਕੋਜ਼ ਆਫਟਰ 2 months she would be find another latest computer, hence it would go on। ਕਹਿੰਦੇ ਵੀ ਫਿਰ ਨਹੀਂ ਵੀ ਉਹਨਾਂ ਨੂੰ ਉਹ ਖਰੀਦਣਾ ਨਹੀਂ ਚਾਹੀਦਾ ਸੀ ਕਿਉਂਕਿ ਆਫਟਰ 2 ਮੰਥ ਵੀ ਜਿਹੜਾ ਨਵਾਂ ਕੰਪਿਊਟਰ ਆ ਉਹ ਹੋਰ ਵੀ ਜ਼ਿਆਦਾ ਮਿਲ ਜਾਂਦਾ ਸੀ ਕਿਉਂਕਿ ਇਹ ਜਿਹੜਾ ਹੋਣ ਵਾਲਾ ਕੰਪਿਊਟਰ ਸੀਗਾ ਫਿਰ ਉਹ ਉਹਨਾਂ ਦੇ ਯੂਜ਼ਫੁਲ ਨਹੀਂ ਰਹਿਣਾ ਸੀ। ਉਸ ਤੋਂ ਬਾਅਦ ਹੈ it is advisable for the 15 years old to the overwork herself himself as to the narrator did why or why not। ਕੀ ਸਾਨੂੰ ਇਹ ਐਡਵਾਈਸ ਕਰਨੀ ਚਾਹੀਦੀ ਹੈ ਵੀ 14 ਸਾਲ ਦਾ ਕੋਈ ਬੱਚਾ ਜਿਹਦੇ ਉੱਤੇ ਜ਼ਿਆਦਾ ਵਰਕ ਦਿੱਤਾ ਜਾਵੇ ਉਹਦੇ ਉੱਤੇ ਐਜ਼ ਏ ਨਰੇਟਰ ਕੀ ਇਹ ਠੀਕ ਆ ਕਿ ਨਹੀਂ। ਆਨਸਰ ਹੈ ਯੈਸ, ਇਨ ਵੀ ਹੈਵ ਟੂ ਲਰਨ ਟੂ ਦੀ ਡਿਗਨਿਟੀ ਆਫ ਵਰਕ। ਕਹਿੰਦੇ ਵੀ ਯੈਸ ਸਾਨੂੰ ਉਹ ਵਰਕ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਅਸੀਂ ਵਰਕ ਦੀ ਜਿਹੜੀ ਕੰਮ ਦੇ ਬਾਰੇ ਪੂਰੇ ਜਾਣ ਸਕਦੇ ਹਾਂ ਅਤੇ ਉਹਦੇ ਬਾਰੇ ਸਮਝ ਸਕਦੇ ਹਾਂ ਵੀ ਉਹ ਕਿਸ ਤਰੀਕੇ ਨਾਲ ਵਰਕ ਕੀਤਾ ਜਾਂਦਾ ਸੀ। ਇਹ ਸੀਗਾ ਸੈਸ਼ਨ, ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ। ਇਸ ਤੋਂ ਇਲਾਵਾ ਵੀ ਇਹਦੇ ਵਿੱਚ ਅੱਗੇ ਜਾ ਕੇ ਸੈਂਟੈਂਸ ਦਾ ਟੌਪਿਕ ਆ ਜਿਹੜਾ ਉਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਫਸਟ ਪਾਰਟ ਵੀਡੀਓ ਸੀਗਾ ਜਿਹਦੇ ਵਿੱਚ ਅਸੀਂ ਇਹਦੀ ਟਰਾਂਸਲੇਸ਼ਨ ਪਲੱਸ ਕੁਐਸਚਨ ਆਨਸਰਸ ਤੇ 5 ਤੱਕ ਐਕਟੀਵਿਟੀਆਂ ਜਿਹੜੀਆਂ ਨੇ ਉਹ ਕੰਪਲੀਟ ਕੀਤੀਆਂ। ਆਈ ਹੋਪ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਹੋ। ਜੇ ਵਧੀਆ ਲੱਗਿਆ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਅਤੇ ਪੂਰੀ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਜੋ ਕੀ ਆ ਤੁਹਾਨੂੰ ਪੂਰੇ ਚੈਪਟਰ ਦੀ ਜਿਹੜੀ ਡੀਪਨੈਸ ਆ ਉਹ ਸਮਝ ਆ ਸਕੇ ਅਤੇ ਜਿਹੜਾ ਇੰਪੋਰਟੈਂਸ ਆਫ ਮਨੀ ਆ ਉਹ ਵੀ ਤੁਹਾਨੂੰ ਸਮਝ ਆ ਸਕੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ session। Also I want to be my all viewers, so you when you have been spending a money you must be a wisely use their money and try to be a save their money for your future prospectus। Thanks a lot watching for my session।